ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਸਾਧ ਸੰਗਤ ਜੀਓ, ਕਥਾ ਦੀ ਆਰੰਭਤਾ ਤੋਂ ਪਹਿਲਾਂ ਆਓ ਧਿਆਨ ਧਰੀਏ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਹੇ, ਸਭ ਥਾਈਂ ਹੋਏ ਸਹਾਏ। ਅੱਜ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ, ਜੋ ਹਿੰਦ ਦੀ ਚਾਦਰ ਨਹੀਂ, ਜੋ ਕੇਵਲ ਧਰਮ ਦੀ ਚਾਦਰ ਨਹੀਂ, ਜੋ ਸਾਰੀ ਸ੍ਰਿਸ਼ਟੀ ਦੀ ਚਾਦਰ ਹਨ, ਉਹਨਾਂ ਦਾ ਮਹਾਨ ਪਾਵਨ ਪਵਿੱਤਰ ਦਿਹਾੜਾ ਗੁਰੂ ਲਾਧੋਰੇ ਦਿਵਸ ਅਕਾਲ ਚੈਨਲ ਦੀਆਂ ਸਮੂਹ ਸੰਗਤਾਂ ਵੱਲੋਂ ਬੜੀ ਸ਼ਰਧਾ ਦੇ ਨਾਲ, ਬੜੀ ਭਾਵਨਾ ਦੇ ਨਾਲ ਮਨਾਇਆ ਜਾ ਰਿਹਾ ਹੈ। ਅਤੇ ਅਕਾਲ ਚੈਨਲ ਦੇ ਸਾਡੇ ਮੁੱਖ ਸੇਵਾਦਾਰ, ਸਾਡੇ MD ਸਾਹਿਬ ਅਮਰੀਕ ਸਿੰਘ ਜੀ ਕੂਨਰ, ਸਰਦਾਰ ਜਗਜੀਤ ਸਿੰਘ ਜੀ ਅਤੇ ਸਾਡੇ ਰਵੀ ਜੀ, ਅਮਨਪ੍ਰੀਤ ਸਿੰਘ, ਨਾਲ ਸਾਰਾ ਸਟਾਫ, ਦਲਜੀਤ ਸਿੰਘ, ਕੁਲਵੰਤ ਸਿੰਘ ਜੀ ਪੰਨੂ, ਗੁਰਿੰਦਰ ਸਿੰਘ ਅਤੇ ਸਾਰਾ ਸਟਾਫ ਜਿਹੜਾ ਹੈ, ਤਿੰਨਾਂ ਵੱਲੋਂ ਆਪ ਜੀ ਨੂੰ ਅੱਜ ਦੇ ਨਵਦੀਪ ਸਿੰਘ, ਸਾਰੇ ਸਟਾਫ ਵੱਲੋਂ ਲੱਖ ਲੱਖ ਵਧਾਈ ਹੋਵੇ ਜੀ। ਇਸ ਸਮੇਂ ਦੀ ਸੇਵਾ ਮਾਤਾ ਪ੍ਰਸੰਨੀ ਕੌਰ ਜੀ ਸਮੁੱਚੇ ਪਰਿਵਾਰ ਵੱਲੋਂ ਸਰਦਾਰ ਬਲਿਹਾਰ ਸਿੰਘ ਜੀ ਦੀ ਯਾਦ ਦੇ ਵਿੱਚ ਉਹਨਾਂ ਦੀ ਸ਼ਾਂਤੀ ਦੇ ਲਈ ਅਰਦਾਸ ਬੇਨਤੀ ਕਰਦੇ ਹੋਏ ਲਈ ਗਈ ਹੈ। ਅਤੇ 10:30 ਵਜੇ ਤੋਂ ਲੈ ਕੇ 11 ਵਜੇ ਤੱਕ ਦਾ ਸਮਾਂ ਜੋ ਹੈ, ਇਸ ਦੀ ਸੇਵਾ ਸੰਦੀਪ ਸਿੰਘ ਜੀ ਹੇਅਰ ਅਤੇ ਇਸ ਦੀ ਤੰਦਰੁਸਤੀ ਦੇ ਲਈ, ਸਿਹਤਯਾਬੀ ਲਈ ਅਰਦਾਸ ਬੇਨਤੀ ਕਰਦੇ ਹੋਏ ਸਮੁੱਚੇ ਹੇਅਰ ਪਰਿਵਾਰ ਵੱਲੋਂ ਇਸ ਸਮੇਂ ਦੀ ਸੇਵਾ ਲਈ ਗਈ ਹੈ। ਸੋ ਆਪ ਜੀ ਵੀ ਅੱਜ ਦੇ ਸਮੇਂ ਦੀ ਸੇਵਾ ਲਵੋ। ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਦੀ ਵੀ ਅੱਜ ਸੇਵਾ ਲੈ ਸਕਦੇ ਹੋ। 4 ਵਜੇ ਤੋਂ ਲੈ ਕੇ 6:30 ਵਜੇ ਤੱਕ ਫਿਰ ਦੀਵਾਨ ਸਜਣਾ ਹੈ, ਉਸ ਦੇ ਵਿੱਚ ਵੀ ਆਪ ਜੀ ਕੋਈ ਸੇਵਾ ਲੈ ਸਕਦੇ ਹੋ ਅਤੇ ਗੁਰੂ ਦੀਆਂ ਅਸੀਸਾਂ ਪ੍ਰਾਪਤ ਕਰੋ ਜੀ। ਆਓ ਗੁਰੂ ਦੀ ਕਿਰਪਾ ਲਈਏ, ਗੁਰੂ ਦੀ ਬਖਸ਼ਿਸ਼ ਲਈਏ, ਗੁਰੂ ਦੇ ਜਸ ਰਾਹੀਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਐ, ਆਪ ਮੁਕਤ ਮੋਹਿ ਤਾਰੈ। ਜੈਸਾ ਸਤਿਗੁਰ ਸੁਨੀਂਦਾ, ਤੈਸੋ ਹੀ ਮੈਂ ਡੀਠ। ਵਿਛੜਿਆ ਮੇਲੇ ਪ੍ਰਭੂ, ਹਰ ਦਰਗਹਿ ਕਾ ਬਸੀਠ। ਹਰ ਨਾਮੋ ਮੰਤਰ ਦ੍ਰਿੜਾਇੰਦਾ, ਕੱਟੇ ਹਉਮੈ ਰੋਗ। ਨਾਨਕ ਸਤਿਗੁਰ ਤਿਨਾ ਮਿਲਾਇਆ, ਜਿਨ ਧੁਰੋਂ ਪਿਆ ਸੰਜੋਗ। ਨੌਵੇਂ ਪਾਤਸ਼ਾਹ ਤਿਆਗ ਅਤੇ ਵਿਰਾਗ ਦੀ ਮੂਰਤ, ਸ਼ਾਂਤੀ ਦੇ ਪੁੰਜ, ਮਹਾਨ ਪਰ ਉਪਕਾਰੀ, ਜਿਨ੍ਹਾਂ ਨੂੰ ਗੁਰੂ ਦਾ ਸਿੱਖ ਰੋਜ਼ ਅਰਦਾਸ ਦੇ ਵਿੱਚ ਨਿਤਾ ਪ੍ਰਤੀ ਇਨ੍ਹਾਂ ਬਚਨਾਂ ਦੇ ਨਾਲ ਨਤਮਸਤਕ ਹੁੰਦਾ ਹੈ। ਆਪ ਜੀ ਵੀ ਕਿਰਪਾ ਕਰੋ, ਜਿੱਥੇ ਜਿੱਥੇ ਅਕਾਲ ਚੈਨਲ ਵੇਖ ਰਹੇ ਹੋ, ਸੁਣ ਰਹੇ ਹੋ, ਤਾਂ ਜੋ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਅਸੀਸ ਬਖਸ਼ੀਸ਼ ਆਪਾਂ ਨੂੰ ਰਸਨਾ ਕਰਕੇ ਵੀ ਪ੍ਰਾਪਤ ਹੋ ਜਾਵੇ। ਇਨ੍ਹਾਂ ਬਚਨਾਂ ਨਾਲ ਆਪਾਂ ਰੋਜ਼ ਸਤਿਗੁਰੂ ਸਾਹਿਬ ਜੀ ਨੂੰ ਨਮਸਕਾਰ ਕਰਦੇ ਹਾਂ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਤਾਹੇ, ਸਭ ਥਾਈਂ ਹੋਏ ਸਹਾਏ। ਪਹਿਲਾਂ ਇਹਨਾਂ ਬਚਨਾਂ ਦੇ ਦਾਸ ਟੂਕ ਮਾਤਰ ਤੁਸ਼ਮੁੱਤੀ ਦੇ ਅਨੁਸਾਰ ਅਰਥ ਕਰ ਦੇਵੇ। ਕਲਗੀਧਰ ਪਾਤਸ਼ਾਹ ਸਾਹਿਬ ਕਮਾਲ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੀ ਕਲਮ ਦੇ ਨਾਲ ਆਪਣੇ ਮੁਖਾਰ ਬਿੰਦ ਤੋਂ ਇਹ ਬਚਨ ਉਚਾਰਨ ਕੀਤੇ ਨੇ। ਚੰਡੀ ਦੀ ਵਾਰ ਦੀ ਪਹਿਲੀ ਪੌੜੀ ਜਿਹੜੀ ਕਿ ਸਿੱਖ ਜਗਤ ਦੀ ਅਰਦਾਸ ਹੈ,
ਜਿੱਥੋਂ ਅਰਦਾਸ ਦੀ ਸ਼ੁਰੂਆਤ ਹੈ। ਤੇ ਕਲਗੀਧਰ ਪਾਤਸ਼ਾਹ ਜੀ ਬਚਨ ਕਰਦੇ ਹਨ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਜਿਹੜਾ ਵੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਿਮਰਦਾ ਹੈ, ਜਿਹੜਾ ਵੀ ਮਹਾਰਾਜ ਦਾ ਧਿਆਨ ਧਰਦਾ ਹੈ, ਜਿਹੜਾ ਵੀ ਗੁਰੂ ਸਾਹਿਬ ਜੀ ਨੂੰ ਨਤਮਸਤਕ ਹੁੰਦਾ ਹੈ, ਤੇ ਕਲਗੀਧਰ ਪਾਤਸ਼ਾਹ ਜੀ ਨੂੰ ਬੇਨਤੀ ਕਰੀਏ। ਬੇਨਤੀ ਕਰ ਸਕਦੇ ਆ ਨਾ ਗੁਰੂ ਸਾਹਿਬ ਜੀ ਨੂੰ, ਹੁਕਮ ਨਹੀਂ ਕਰ ਸਕਦੇ, ਨਾ ਹੀ ਪੁੱਛ ਕਰ ਸਕਦੇ ਆ, ਨਹੀਂ। ਗੁਰੂ ਸਾਹਿਬ ਜੀ ਨੂੰ ਕੇਵਲ ਆਪਾਂ ਜੋਦੜੀ ਕਰ ਸਕਦੇ ਹਾਂ, ਪ੍ਰਾਰਥਨਾ ਕਰ ਸਕਦੇ ਹਾਂ। ਕਲਗੀਧਰ ਬਾਪੂ ਜੀ, ਕਲਗੀਧਰ ਪਾਤਸ਼ਾਹ ਜੀ, ਜਿਹੜਾ ਸਿਮਰੇਗਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸੱਚੇ ਪਾਤਸ਼ਾਹ, ਕੀ ਮਿਲੇਗਾ, ਕੀ ਪ੍ਰਾਪਤ ਹੋਵੇਗਾ। ਤੇ ਜਿਹੜੀ ਬਖਸ਼ਿਸ਼ ਕਲਗੀਧਰ ਪਾਤਸ਼ਾਹ ਜੀ ਨੇ ਅੱਗੇ ਸਾਨੂੰ ਹੁਕਮ ਕੀਤਾ ਨਾ, ਜਿਸ ਦਾ ਜ਼ਿਕਰ ਕੀਤਾ, ਆਪ ਜੀ ਸੁਣ ਕੇ ਹੈਰਾਨ ਰਹਿ ਜਾਓਗੇ ਕਿ ਆਪਾਂ ਰੋਜ਼ ਬਚਨ ਪੜ੍ਹਦੇ ਹਾਂ ਗੁਰੂ ਸਾਹਿਬ ਜੀ ਦੇ, ਪਰ ਕਦੀ ਧਿਆਨ ਨਹੀਂ ਦਿੱਤਾ ਵੀ ਕੀ ਮਿਲਦਾ ਹੈ, ਕੀ ਪ੍ਰਾਪਤ ਹੁੰਦਾ ਹੈ। ਤਾਂ ਮੇਰੇ ਸਾਹਿਬ ਜੀ ਬਖਸ਼ਿਸ਼ ਕਰਦੇ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਹੁਣ ਨੌ ਨਿਧ ਆਵੈ ਧਾਏ ਦਾ ਕੀ ਭਾਵ ਹੈ ਜੀ, ਕੀ ਅਰਥ ਹੈ? ਮਾਫ ਕਰਨਾ, ਬਹੁਤ ਗੁਰੂ ਦੇ ਪਿਆਰ ਵਾਲੇ ਵੀ ਨੇ, ਬਹੁਤ ਗੁਰੂ ਦੇ ਕਿਰਪਾ ਵਾਲੇ ਵੀ ਨੇ ਜਿਨ੍ਹਾਂ ਨੂੰ ਅਰਥ ਪਤਾ ਹੈ, ਪਰ ਬਹੁਤ ਸਾਰੇ ਸਾਡੇ ਵੀਰ, ਬਹੁਤ ਸਾਰੀਆਂ ਸਾਡੀਆਂ ਭੈਣਾਂ, ਬਹੁਤ ਸਾਰੀਆਂ ਸਾਡੀਆਂ ਮਾਤਾਵਾਂ, ਬਹੁਤ ਸਾਰੇ ਸਾਡੇ ਬੱਚੇ ਐਸੇ ਨੇ ਜਿਨ੍ਹਾਂ ਨੂੰ ਇਸ ਦੇ ਅਰਥ ਪਤਾ ਨਹੀਂ, ਮੀਨਿੰਗ ਪਤਾ ਨਹੀਂ, ਇਸ ਦੇ ਮੀਨਿੰਗ ਕੀ ਨੇ। ਤੇ ਸਾਹਿਬ ਜੀ ਇਸ ਦੇ ਵਿੱਚ ਬਖਸ਼ਿਸ਼ ਕਰਦੇ ਨੇ, ਘਰ ਨੌ ਨਿਧ ਆਵੈ ਧਾਏ। ਧਾਏ ਤੋਂ ਭਾਵ ਦੌੜ ਕੇ ਆਣਾ, ਭੱਜ ਕੇ ਆਣਾ। ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਿਮਰਦਾ ਹੈ, ਜਿਹੜਾ ਮਹਾਰਾਜ ਦਾ ਧਿਆਨ ਧਰਦਾ ਹੈ, ਉਹਨਾਂ ਦੇ ਘਰ ਦੇ ਵਿੱਚ 9 ਨਿਧੀਆਂ 18 ਸਿੱਧੀਆਂ ਭੱਜ ਕੇ ਆ ਜਾਂਦੀਆਂ ਨੇ, ਆਪਣੇ ਆਪ ਆ ਜਾਂਦੀਆਂ। ਇਹਨਾਂ ਦੇ ਪਿੱਛੇ ਭੱਜਣ ਦੀ ਲੋੜ ਨਹੀਂ ਪੈਂਦੀ। ਅਸੀਂ ਤੇ ਮਾਇਆ ਪਿੱਛੇ ਭੱਜਦੇ ਹਾਂ, ਨਹੀਂ ਪਦਾਰਥਾਂ ਪਿੱਛੇ ਭੱਜਦੇ ਹਾਂ, ਪਰ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ, ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਸਿਮਰੇਗਾ ਭਾਈ, ਜਿਹੜਾ ਗੁਰੂ ਸਾਹਿਬ ਜੀ ਨੂੰ ਸ਼ਰਧਾ ਦੇ ਨਾਲ, ਭਾਵਨਾ ਦੇ ਨਾਲ, ਪਿਆਰ ਦੇ ਨਾਲ ਨਤਮਸਤਕ ਹੋਏਗਾ, ਜਿਹੜਾ ਭਾਵਨਾ ਰੱਖੇਗਾ, ਉਹਦੇ ਘਰ ਦੇ ਵਿੱਚ ਇਹ ਸਭ ਕੁਝ ਪ੍ਰਾਪਤ ਹੋ ਜਾਏਗਾ। ਉਸ ਅਗਲਾ ਬਚਨ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ। ਅੱਗੇ ਬੜਾ ਪਿਆਰਾ ਬਚਨ ਹੈ ਜੀ, ਸਭ ਥਾਈ ਹੋਏ ਸਹਾਇ। ਉਹ ਕਿਹੜੀ ਜਗ੍ਹਾ ਹੈ ਕਿ ਜਿੱਥੇ ਗੁਰੂ ਸਾਹਿਬ ਸਹਾਇਕ ਨਹੀਂ ਹੁੰਦੇ, ਜਿੱਥੇ ਗੁਰੂ ਸਾਹਿਬ ਸਾਡੇ ਮਦਦਗਾਰ ਨਹੀਂ ਬਣਦੇ, ਜਿੱਥੇ ਗੁਰੂ ਸਾਹਿਬ ਸਿੱਖ ਦਾ ਸਾਥ ਨਹੀਂ ਦਿੰਦੇ। ਅੱਜ ਜਦੋਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਵੇਰੇ ਪ੍ਰਕਾਸ਼ ਹੋਇਆ ਇਸ ਅਸਥਾਨ ਤੇ ਅੱਜ ਗੁਰੂ ਸਾਹਿਬ ਜੀ ਨੇ ਹੁਕਮਨਾਮਾ ਵੀ ਐਸਾ ਬਖਸ਼ਿਸ਼ ਕੀਤਾ, ਧਨਾਸਰੀ ਮਹੱਲਾ ਪੰਜਵਾਂ, ਜਹ ਜਹ ਪੇਖੋਂ ਤੈ ਹਾਜੂਰ ਦੂਰ ਕਤਹੁ ਨਾ ਜਾਈ, ਰਬ ਰਿਹਾ ਸਰਬਤਰ ਮੈਂ ਮਨ ਸਦਾ ਤੇ ਆਈ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਤੇ ਭਾਈ ਸਾਹਿਬ ਭਾਈ ਸਰਜੀਤ ਸਿੰਘ ਜੀ ਕੋਮਲ ਜੀ ਹੋਰਾਂ ਨੇ ਜਿਹੜਾ ਸ਼ਬਦ ਵੀ ਪੜ੍ਹਿਆ ਨਾ, ਪਹਿਲਾ ਸ਼ਬਦ, ਉਹ ਦਰਸ਼ਨਾਂ ਦਾ ਸ਼ਬਦ ਪੜ੍ਹਿਆ। ਤੇ ਸਤਿਗੁਰੂ ਮੇਰੇ ਅੰਦਰ ਵਿਆਕੁਲਤਾ ਹੈ ਤੁਹਾਡੇ ਦਰਸ਼ਨਾਂ ਦੀ, ਆਪਣਾ ਦਰਸ਼ਨ ਦੇਵੋ, ਆਪਣਾ ਦੀਦਾਰ ਦੇਵੋ। ਤੇ ਗੁਰੂ ਸਾਹਿਬ ਜੀ ਕਲਗੀਧਰ ਪਾਤਸ਼ਾਹ ਜੀ ਦੇ ਬਚਨ ਨੇ, ਕਿਸੇ ਆਮ ਮਨੁੱਖ ਦੇ ਨਹੀਂ, ਕਿਸੇ ਕਵੀ ਦੇ ਨਹੀਂ। ਸਾਹਿਬ ਜੀ ਬਚਨ ਕਰ ਰਹੇ ਨੇ, ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਤਾਂ ਜਦੋਂ ਗੁਰੂ ਪਿਆਰਿਓ ਸੀਸ ਧੜ ਦੇ ਨਾਲੋਂ ਅਲੱਗ ਵੀ ਹੋ ਗਿਆ ਨਾ ਸਾਹਿਬ ਜੀ ਦਾ, ਤੇ ਭਾਈ ਜੈਤਾ ਜੀ ਜਦੋਂ ਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਆਏ ਨੇ, ਦਿੱਲੀ ਤੋਂ ਆਨੰਦਪੁਰ ਸਾਹਿਬ ਪਹੁੰਚਣਾ, ਅਸੀਂ ਤੇ 1 ਮਿੰਟ 'ਚ ਹੁਣ ਗੱਲ ਕਰਕੇ 1 ਸੈਕਿੰਡ ਲੱਗ ਰਿਹਾ ਨਾ, ਦਿੱਲੀ ਤੋਂ ਆਨੰਦਪੁਰ ਸਾਹਿਬ, ਪਰ ਉਹ ਸਮਾਂ ਸਾਹਮਣੇ ਲੈ ਕੇ ਆਓ ਜਦੋਂ ਅੱਜ ਵਰਗੇ ਸਾਧਨ ਨਹੀਂ ਸਨ, ਟ੍ਰੇਨਾਂ ਨਹੀਂ ਸਨ, ਬੱਸਾਂ ਨਹੀਂ ਸਨ, ਆਵਾਜਾਈ ਅੱਜ ਵਰਗੀ ਨਹੀਂ ਸੀ,
ਕੋਈ ਸਾਧ ਸੰਗਤ ਜੀ ਘੰਟਿਆਂ ਦਾ ਸਫ਼ਰ ਨਹੀਂ ਸੀ ਉਸ ਵੇਲੇ। ਜਦੋਂ ਸਤਿਗੁਰੂ ਸਾਹਿਬ ਜੀ ਦਾ ਸੀਸ ਲੈ ਕੇ ਭਾਈ ਜੇਤਾ ਜੀ ਆਨੰਦਪੁਰ ਸਾਹਿਬ ਪੁੱਜਦੇ ਨੇ, ਤੇ ਰਸਤੇ ਵਿੱਚ ਜਿੱਥੇ ਜਿੱਥੇ ਵੀ ਰਾਤ ਨੂੰ ਪੜਾਅ ਕੀਤਾ ਨਾ, ਕਿਤੇ ਕੋਈ ਧੋਬੀ ਸੀ, ਕਿਤੇ ਕੋਈ ਸੂਫੀ ਫਕੀਰ ਸੀ, ਮੁਸਲਮਾਨ ਫਕੀਰ ਸੀ, ਉਹਨਾਂ ਦੀਆਂ ਭਾਵਨਾ ਸਤਿਗੁਰੂ ਸਾਹਿਬ ਜੀ ਦਾ ਸੀਸ ਜਿਹੜਾ ਸੀ ਉਹ ਵੀ ਪੂਰੀਆਂ ਕਰਦਾ ਹੈ। ਸਤਿਗੁਰੂ ਹੱਦ ਹੋ ਗਈ, ਤੁਹਾਡਾ ਸੀਸ ਵੀ ਲੈ ਕੇ ਜਿਹੜੇ ਅਰਦਾਸਾਂ ਕਰੇ ਸਨ ਨਾ ਜੀ, ਸਤਿਗੁਰੂ ਸਾਹਿਬ ਜੀ ਸ਼ਹਾਦਤ ਪ੍ਰਾਪਤ ਕਰ ਚੁੱਕੇ ਨੇ। 2 ਹਿੱਸਿਆਂ ਦੇ ਵਿੱਚ ਸਤਿਗੁਰੂ ਸਾਹਿਬ ਜੀ ਦਾ ਧੜ ਸਤਿਗੁਰੂ ਜੀ ਦਾ ਦਿੱਲੀ ਦੇ ਵਿੱਚ ਹੈ, ਤੇ ਸੀਸ ਲੈ ਕੇ ਭਾਈ ਜੇਤਾ ਜੀ ਆ ਰਹੇ ਨੇ। ਤੇ ਉਹ ਧੋਬੀ ਵੀ ਕਹਿ ਰਿਹਾ ਹੈ, ਉਹ ਸੂਫੀ ਫਕੀਰ ਵੀ ਕਹਿ ਰਿਹਾ ਵੀ ਜਦੋਂ ਗੁਰੂ ਤੇਗ ਬਹਾਦਰ ਸਾਹਿਬ ਜੀ ਕੋਲ ਜਾਓਗੇ ਤੇ ਆ ਮੇਰੀ ਇੱਕ ਚਾਦਰ ਗੁਰੂ ਸਾਹਿਬ ਜੀ ਨੂੰ ਭੇਟ ਕਰਿਓ। ਤੇ ਭਾਈ ਜੇਤਾ ਜੀ ਕਹਿਣ ਲੱਗੇ, ਉਹ ਗੁਰੂ ਸਾਹਿਬ ਜੀ ਤੇ ਆਪ ਹੀ ਤੇਰੇ ਘਰ ਦੇ ਵਿੱਚ ਆਏ, ਤੇ ਜਿਹੜਾ ਬਸਤਰਾਂ ਦੇ ਵਿੱਚ ਸੀਸ ਲਪੇਟਿਆ ਹੋਇਆ ਸੀ ਨਾ ਜੀ, ਦਰਸ਼ਨ ਕਰਵਾਏ। ਮਹਾਰਾਜ ਕਿੱਥੇ ਕਿੱਥੇ ਸਹਾਇਕ ਹੁੰਦੇ ਨੇ। ਈਤ ਊਤ ਨਹੀਂ ਵਿਛੜੈ ਸੋ ਸੰਗੀ ਗਨੀਐ। ਸਤਿਗੁਰੂ ਜੀ ਉਦੋਂ ਹੀ ਨਹੀਂ, ਸਤਿਗੁਰੂ ਜੀ ਅੱਜ ਵੀ ਸਹਾਇਕ ਹੁੰਦੇ ਨੇ। ਕੋਮਲ ਸਾਹਿਬ ਜੀ ਨੇ ਉੱਥੇ ਸੇਵਾ ਕੀਤੀ ਹੈ ਸੀਸਗੰਜ ਸਾਹਿਬ, ਤੇ ਗੁਰੂ ਸਾਹਿਬ ਜੀ ਕਿਵੇਂ ਖਜ਼ਾਨੇ ਭਰਦੇ ਨੇ। ਜਿਹੜੇ ਭਾਵਨਾ ਵਾਲੇ ਨੇ ਜੀ, ਅੱਜ ਵੀ ਗੁਰਦੁਆਰਾ ਬੰਗਲਾ ਸਾਹਿਬ ਜਾਂਦੇ ਨੇ, ਗੁਰਦੁਆਰਾ ਸੀਸਗੰਜ ਸਾਹਿਬ ਜਾਂਦੇ ਨੇ ਦਿੱਲੀ, ਅੱਜ ਵੀ ਝੋਲੀਆਂ ਭਰਦੇ, ਅੱਜ ਵੀ ਮਹਾਰਾਜ ਉਹਨਾਂ ਦੀਆਂ ਝੋਲੀਆਂ ਭਰ ਰਹੇ ਨੇ। ਤੇ ਜਿਹੜੇ ਵਾਦ ਵਿਵਾਦ ਵਾਲੇ ਨੇ ਉਹ ਸਖਣੇ ਹੀ ਰਹਿ ਜਾਂਦੇ ਨੇ। ਕਿਵੇਂ 9 ਨਿਧੀਆਂ 18 ਸਿੱਧੀਆਂ ਪਿੱਛੇ ਲੱਗੀਆਂ ਫਿਰੈ, ਜੋ ਹਰ ਹਿਰਦਾ ਸਦਾ ਵਸਾਏ। ਅੱਜ ਗੁਰੂ ਤੇਗ ਬਹਾਦਰ ਸਾਹਿਬ ਜੀ ਦਾ ਇਤਿਹਾਸ ਆਪ ਜੀ ਨੇ ਉਹ ਸਰਵਣ ਕਰਨਾ, ਸ਼ਾਮ ਦੇ ਦੀਵਾਨ ਸੁਣਾਵਾਂਗੇ। ਪਰ ਥੋੜ੍ਹਾ ਜਿਹਾ ਗੁਰੂ ਦੀ ਬਖਸ਼ਿਸ਼ ਦਾ ਥੋੜ੍ਹਾ ਜਿਹਾ ਅਸੀਂ ਕਈ ਵਾਰੀ ਕਹਿੰਦੇ ਹਾਂ ਜੀ, ਕੋਈ ਅੱਜ ਦੀ ਘਟਨਾ ਦੱਸੋ, ਕੋਈ ਅੱਜ ਦੀ ਗੱਲ ਕਰੋ। ਤੇ ਗੁਰਦੁਆਰਾ ਸੀਸਗੰਜ ਸਾਹਿਬ ਜੀ ਦੇ ਨਾ ਜੀ ਗ੍ਰੰਥੀ ਸਾਹਿਬਾਨ, ਤੇ ਕਿਸੇ ਨੇ ਪ੍ਰਧਾਨ ਸਾਹਿਬ ਨੂੰ ਜਾ ਕੇ ਦੱਸਿਆ ਵੀ ਇਹਨਾਂ ਨੇ ਤੇ 2 ਟਰੱਕ ਪਾ ਲਏ ਨੇ ਗ੍ਰੰਥੀ ਨੇ, ਤੇ ਜਿਹੜਾ ਗੁਰਦੁਆਰਾ ਸੀਸਗੰਜ ਸਾਹਿਬ ਜੀ ਦਾ ਗ੍ਰੰਥੀ ਹੋ ਕੇ 2 ਟਰੱਕ ਪਾ ਲਏ ਨੇ। ਤੇ ਬੜੀ ਪਿਆਰੀ ਰੋਚਕ ਘਟਨਾ ਉਹਨਾਂ ਨੇ ਦੱਸੀ, ਗਿਆਨੀ ਰਣਜੀਤ ਸਿੰਘ ਜੀ ਹੈਡ ਗ੍ਰੰਥੀ ਗੁਰਦੁਆਰਾ ਬੰਗਲਾ ਸਾਹਿਬ ਨੇ। ਕਹਿੰਦੇ ਨੇ ਵੀ ਉਸ ਪ੍ਰਧਾਨ ਦਾ ਸੱਚਖੰਡ ਦੇ ਵਿੱਚ ਵਾਸਾ ਹੋਵੇ। ਜਦੋਂ ਇਹ ਸ਼ਿਕਾਇਤ ਪਹੁੰਚੀ ਨਾ ਵੀ ਜਿਹੜਾ ਗ੍ਰੰਥੀ ਸਾਹਿਬ ਹੈ ਸੀਸਗੰਜ ਸਾਹਿਬ ਜੀ ਦਾ ਦਿੱਲੀ ਦਾ, ਇੱਕ ਗ੍ਰੰਥੀ ਹੋ ਕੇ 2 ਟਰੱਕ ਪਾ ਲਏ ਨੇ, ਬੁਲਾਇਆ ਜੀ, ਪੇਸ਼ਗੀ ਹੋ ਗਈ। ਤੇ ਪੇਸ਼ਗੀ ਇਸ ਤਰ੍ਹਾਂ ਹੁੰਦੀ ਹੈ ਸਾਡੇ ਗ੍ਰੰਥੀ ਸਿੰਘਾਂ ਦੀ, ਵੀ ਜਿਵੇਂ ਕੋਈ ਬਹੁਤ ਵੱਡਾ ਇਹਨਾਂ ਨੇ ਨਾ ਕੋਈ ਕਤਲ ਕਰ ਦਿੱਤਾ। ਜਦੋਂ ਗੁਰਦੁਆਰਾ ਸਾਹਿਬ ਜੀ ਤੇ ਗ੍ਰੰਥੀ ਸਿੰਘਾਂ ਨੂੰ ਬੁਲਾਇਆ ਜਾਂਦਾ ਨਾ, ਮੈਨੂੰ ਇਹ 2 ਸ਼ਬਦ ਕਹਿੰਦੇ ਨੇ ਵੀ ਗ੍ਰੰਥੀ ਸਿੰਘ ਨੇ ਜੇ ਕਿਧਰੇ ਘਰ ਲੈ ਲਿਆ, ਵੀ ਗ੍ਰੰਥੀ ਨੇ ਘਰ ਲੈ ਲਿਆ, ਗ੍ਰੰਥੀ ਨੇ ਕਿਧਰੇ ਕਾਰ ਖਰੀਦ ਲਈ, ਗ੍ਰੰਥੀ ਤੇ ਤੁਰਦਾ ਚਾਹੀਦਾ ਸੀ ਰੋਡ ਦੇ ਉੱਪਰ। ਸਾਧ ਸੰਗਤ, ਸਾਡੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਗੱਲ ਕਰਨ ਲੱਗੇ ਹਾਂ, ਤੇ ਗ੍ਰੰਥੀ ਸਾਹਿਬ ਜੀ ਦੀ ਪੇਸ਼ਗੀ ਹੋਈ। ਤੇ ਪ੍ਰਧਾਨ ਜੀ ਕਹਿਣ ਲੱਗੇ ਵੀ ਇੰਝ ਸੁਣਿਆ ਗਿਆਨੀ ਜੀ ਵੀ ਤੁਸੀਂ 2 ਟਰੱਕ ਪਾ ਲਏ ਨੇ। ਤੇ ਗ੍ਰੰਥੀ ਸਿੰਘ ਜੀ ਕਹਿਣ ਲੱਗੇ ਵੀ ਹਾਂ ਜੀ। ਕਹਿਣ ਲੱਗੇ ਪ੍ਰਧਾਨ ਸਾਹਿਬ, ਸਾਡੇ ਕੋਲੋਂ ਸੰਗਤਾਂ ਅਰਦਾਸਾਂ ਕਰਾ ਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਸਥਾਨ 'ਤੇ ਲੋਕਾਂ ਨੇ ਏਡੇ ਵੱਡੇ ਕਾਰਖਾਨੇ ਲਗਾ ਲਏ ਨੇ, ਏਡੀਆਂ ਵੱਡੀਆਂ ਫੈਕਟਰੀਆਂ ਲੱਗ ਗਈਆਂ ਨੇ ਉਹਨਾਂ ਦੀਆਂ। ਤੇ ਜੇ ਅਸੀਂ 2 ਟਰੱਕ ਪਾ ਲੈਣ ਤੇ ਕਿਹੜਾ ਕੋਈ ਜ਼ੁਲਮ ਕਰ ਦਿੱਤਾ। ਤੇ ਕਹਿੰਦੇ ਨੇ ਪ੍ਰਧਾਨ ਸਾਹਿਬ ਸਮਝਦਾਰ ਸਨ, ਸਮਝ ਗਏ, ਕਹਿਣ ਲੱਗੇ ਸ਼ਾਬਾਸ਼। ਤੇ ਗੁਰੂ ਸਾਧ ਸੰਗਤ, ਗੁਰੂ ਕੋਈ ਕਮੀ ਰਹਿਣ ਦਿੰਦਾ। ਤੇਗ ਬਹਾਦਰ ਸਿਮਰਿਆ ਘਰ 9 ਨਿਧ ਆਵੇ ਧਾਏ, ਸਭ ਥਾਈਂ ਹੋਏ ਸਹਾਏ। ਅੱਜ ਨਾਲ ਦਾ ਬਚਨ ਮੈਂ ਕਰਦਾ ਹੀ ਜਾਵਾਂ ਵੀ ਜਿਸ ਗੁਰੂ ਦੇ ਆਪਾਂ ਸਿੱਖ ਹਾਂ, ਗੁਰੂ ਤੇਗ ਬਹਾਦਰ ਸਾਹਿਬ ਜੀ ਦੇ, ਕੀ ਗੁਰੂ ਦੇ ਸਿੱਖ ਦੇ ਕੋਲ ਅਮੀਰੀ ਨਹੀਂ ਹੋਣੀ ਚਾਹੀਦੀ? ਮੈਂ ਤੇ ਕਈ ਵਾਰੀ ਇਹ ਸੋਚਦਾ ਵੀ ਜਿਹੜਾ ਗੁਰੂ ਦਾ ਕੀਰਤਨੀਆ ਹੈ, ਜਿਹੜਾ ਗੁਰੂ ਦਾ ਵਜ਼ੀਰ ਹੈ, ਜਿਹੜਾ ਗੁਰੂ ਦਾ ਜਸ ਕਰਨ ਵਾਲਾ ਹੈ, ਉਹ ਪ੍ਰਧਾਨ ਸੈਕਟਰੀ ਦੇ ਨਾਲੋਂ ਅਮੀਰ ਹੋਣਾ ਚਾਹੀਦਾ। ਜੇ ਗੁਰਮਤ ਦਾ ਸਹੀ ਪ੍ਰਚਾਰ ਕਰਨਾ ਨਾ ਜੀ, ਉਹ ਪ੍ਰਧਾਨ ਸੈਕਟਰੀ ਦੇ ਨਾਲੋਂ ਅਮੀਰ ਹੋਣਾ ਚਾਹੀਦਾ। ਫਿਰ ਪ੍ਰਧਾਨ ਸੈਕਟਰੀ ਨਾ ਆ ਕੇ ਦੱਸਣ ਪਏ ਗਿਆਨੀ ਜੀ ਇੰਜ ਕਰੋ ਇੰਜ ਕਰੋ, ਗਿਆਨੀ ਜੀ ਦੱਸਣ ਪ੍ਰਧਾਨ ਜੀ ਇੰਜ ਕਰੋ। ਬਾਬਾ ਬੁੱਢਾ ਸਾਹਿਬ ਜੀ ਸੀਸ ਝੁਕਦਾ ਸੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ, ਜਦੋਂ ਦਰਬਾਰ ਦੇ ਵਿੱਚ ਆਉਂਦੇ ਸਨ। ਕਿੱਡੀ ਵੱਡੀ ਮਹਾਨ ਸ਼ਖਸੀਅਤ ਸਨ।
ਅੱਜ ਉਸ ਗੁਰੂ ਦੀ ਆਪਾਂ ਗੱਲ ਕਰ ਰਹੇ ਹਾਂ, ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ। ਸਾਧ ਸੰਗਤ, ਗੁਰੂ ਕਮੀ ਰਹਿਣ ਨਹੀਂ ਦਿੰਦਾ। ਤੇ ਜੇ ਅਸੀਂ ਗ੍ਰੰਥੀ ਵਿਚਾਰਾ ਉਹ ਰੱਖਣਾ ਹੈ, ਜਿਸ ਨੂੰ ਗੁਰਦੁਆਰੇ ਦੇ ਤਾਲੇ ਲਗਾ ਕੇ ਤੇ ਘਰ ਘਰ ਜਾ ਕੇ ਤੇ ਆਪਣੀ ਰੋਟੀ ਮੰਗਣੀ ਪੈਣੀ ਹੈ, ਡੋਲੀ ਮੰਗਣੀ ਪੈਣੀ ਹੈ, ਕਦੀ ਕਿਸੇ ਦਰ ਤੇ ਕਿਸੇ ਦਰ ਤੇ। ਸਿੱਖੋ, ਅਸੀਂ ਇੱਕ ਗ੍ਰੰਥੀ ਸਿੰਘ ਦਾ ਪਰਿਵਾਰ ਨਹੀਂ ਪਾਲ ਸਕਦੇ। ਅੱਜ ਦਰਦ ਨਾਲ ਕਹਿਣਾ ਪੈਂਦਾ ਕਿ ਜਿਸ ਗੁਰੂ ਦੇ ਅਸੀਂ ਸਿੱਖ ਹਾਂ, ਅੱਜ ਇਸ ਸਮੇਂ ਦੇ ਵਿੱਚ ਵੀ ਕਿਸੇ ਸੰਸਥਾ ਨੇ ਗ੍ਰੰਥੀ ਸਿੰਘਾਂ ਦੀ, ਰਾਗੀ ਸਿੰਘਾਂ ਦੀ ਬਾਂਹ ਨਹੀਂ ਪਕੜੀ ਪਈ। ਤੁਸੀਂ ਗੁਰੂ ਦਾ ਕੀਰਤਨ ਨਹੀਂ ਕਰ ਰਹੇ, ਤੁਸੀਂ ਕਿਧਰੇ ਸੇਵਾ ਨਹੀਂ ਕਰ ਰਹੇ, ਤੇ ਤੁਹਾਨੂੰ ਕੋਈ ਲੋੜ ਹੈ? ਇਹ ਕੇਵਲ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੇ, ਸੱਚੇ ਪਾਤਸ਼ਾਹ ਜੀ। ਪਰ ਗੁਰੂ ਕਮੀ ਨਹੀਂ ਰਹਿਣ ਦਿੰਦਾ। ਗੁਰੂ ਕਹਿੰਦਾ, ਬੇਟਾ ਜੇ ਤੂੰ ਮੇਰਾ ਬਣ ਗਿਆ ਨਾ, ਤੇ ਮੈਂ ਤੈਨੂੰ ਕੋਈ ਕਮੀ ਨਹੀਂ ਰਹਿਣ ਦੇਵਾਂਗਾ। ਸਾਧ ਸੰਗਤ ਜੀ, ਅੱਜ ਦੁੱਖ ਦੇ ਨਾਲ ਕਹਿਣਾ ਪੈ ਰਿਹਾ ਹੈ ਕਿ ਜਿਸ ਗੁਰੂ ਦੇ ਅਸੀਂ ਸਿੱਖ ਹਾਂ, ਲੇਬਰ ਨੂੰ 8 ਪੌਂਡ ਘੰਟੇ ਦੇ ਮਿਲ ਰਹੇ ਨੇ। ਅਕਾਲ ਚੈਨਲ ਦੇ ਰਾਹੀਂ ਭਾਵੇਂ ਆਵਾਜ਼ ਪਹੁੰਚ ਰਹੀ ਹੈ, ਪਰ ਜਿਹੜਾ ਪਾਠੀ ਸਿੰਘ ਹੈ, ਪਾਠੀ ਸਿੰਘ ਕੋਈ ਆਮ ਸਕਿੱਲ ਨਹੀਂ ਪਾਠ ਕਰਨਾ। ਉਸ ਨੂੰ ਕਿਧਰੇ ਅਸੀਂ 5 ਪੌਂਡ ਘੰਟੇ ਦੇ ਰਹੇ ਹਾਂ, ਕਿਧਰੇ 6 ਪੌਂਡ ਘੰਟੇ ਦੇ ਰਹੇ ਹਾਂ। ਘੱਟ ਤੋਂ ਘੱਟ ਪਾਠ ਕਰਨ ਵਾਲੇ ਦੀ ਸੇਵਾ, ਘੱਟ ਤੋਂ ਘੱਟ ਭੇਟਾ ਕੋਈ ਨਹੀਂ, ਪ੍ਰਾਈਸ ਕੋਈ ਨਹੀਂ, ਘੱਟ ਤੋਂ ਘੱਟ 20 ਪੌਂਡ 1 ਘੰਟੇ ਦੇ ਅੱਜ ਦੇ ਸਮੇਂ ਦੇ ਹਿਸਾਬ ਦੇ ਨਾਲ ਹੋਣੇ ਚਾਹੀਦੇ ਨੇ। ਪਰ ਨਹੀਂ। ਆਓ ਮੈਂ ਆਪਣੇ ਵਿਸ਼ੇ ਦੇ ਵੱਲ ਆਵਾਂ। ਇਹ ਲੰਬਾ ਚੌੜਾ ਤੇ ਵੱਖਰਾ ਵਿਸ਼ਾ ਹੈ। ਗੱਲ ਇੱਥੋਂ ਚੱਲੀ ਪਈ, ਗੁਰੂ ਦਾ ਵਜ਼ੀਰ ਹੋਵੇ ਤੇ ਟਰੱਕ ਪਾ ਲਵੇ ਤੇ ਉੱਤੇ ਸਵਾਲ ਖੜੇ ਹੋ ਜਾਣ। ਬਾਕੀ ਦੇ ਭਾਵੇਂ ਜਿੱਡੇ ਮਰਜ਼ੀ ਵੱਡੇ ਵੱਡੇ ਕਾਰਖਾਨੇ ਲਾ ਦਿਓ, ਕੋਟਾ ਕਚਹਿਰੀਆਂ ਤੇ ਜਿੰਨੇ ਮਰਜ਼ੀ ਗੁਰੂ ਕੀ ਗੋਲਕ ਲਗਾ ਦਿਓ, ਉੱਤੇ ਕੋਈ ਸਵਾਲ ਪੈਦਾ ਨਹੀਂ ਹੁੰਦਾ। ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਅੱਜ ਦਾ ਜਿਹੜਾ ਦਿਹਾੜਾ ਹੈ ਨਾ ਜੀ, ਅੱਜ ਦਾ ਦਿਹਾੜਾ ਬਾਬੇ ਬਕਾਲੇ ਸਾਹਿਬ ਦੇ ਨਾਲ ਸੰਬੰਧਿਤ ਹੈ। ਜਿਵੇਂ 6ਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਜਿਵੇਂ ਅਵਤਾਰ ਦਿਹਾੜਾ ਆਪਾਂ ਮਨਾਉਂਦੇ ਹਾਂ, ਗੁਰਗੱਦੀ ਦਿਵਸ ਮਨਾਉਂਦੇ ਹਾਂ, ਤੇ ਜੋਤੀ ਜੋਤ ਸਮਾਨ ਦਾ ਦਿਵਸ, 3 ਪੁਰਬ ਨੇ ਨਾ 6ਵੇਂ ਪਾਤਸ਼ਾਹ ਜੀ ਦੇ। ਪਰ ਇਹ ਤੋਂ ਬਿਨਾਂ 6ਵੇਂ ਪਾਤਸ਼ਾਹ ਜੀ ਦਾ ਇੱਕ ਦਿਹਾੜਾ ਸਿੱਖ ਜਗਤ ਉਹ ਵੀ ਮਨਾਉਂਦਾ ਹੈ ਜਦੋਂ ਸਤਿਗੁਰੂ ਜੀ ਨੇ ਮੀਰੀ ਪੀਰੀ ਧਾਰਨ ਕੀਤੀ। ਮੀਰੀ ਪੀਰੀ ਧਾਰਨ ਦਿਵਸ, 2 ਤਲਵਾਰਾਂ ਜਦੋਂ ਪੈਣੀਆਂ ਨਾ ਜੀ, ਇੱਕ ਦਿਹਾੜਾ ਉਹ ਮਨਾਉਂਦੇ ਹਾਂ। ਇੱਕ ਦਿਹਾੜਾ ਸਤਿਗੁਰੂ ਸਾਹਿਬ ਜੀ ਦਾ ਅਸੀਂ ਉਹ ਮਨਾਉਂਦੇ ਹਾਂ ਜਦੋਂ ਗਵਾਲੀਅਰ ਦੇ ਕਿਲੇ ਤੋਂ ਰਿਹਾ ਹੋ ਕੇ ਆਏ, ਬੰਦੀ ਛੋੜ, ਉਹ ਦਿਹਾੜਾ ਮਨਾਉਂਦੇ ਹਾਂ। ਇੱਕ ਸਾਹਿਬ ਜੀ ਦਾ ਦਿਹਾੜਾ ਅਸੀਂ ਉਹ ਮਨਾਉਂਦੇ ਹਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦਾ, ਜਿਸ ਦਿਨ ਸਾਹਿਬ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਿਰਜਣਾ ਕੀਤੀ। ਸੋ ਇਹਨਾਂ 3 ਦਿਹਾੜਿਆਂ ਤੋਂ ਬਿਨਾਂ 3 ਦਿਹਾੜੇ ਹੋਰ ਅਹਿਮ ਹੋ ਗਏ ਜਿਹੜੇ ਆਪਾਂ ਮਨਾਉਂਦੇ ਹਾਂ। ਇਵੇਂ ਹੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਨਹੀਂ, ਕਈ ਸੱਜਣਾ ਨੇ ਸਵਾਲ ਕੀਤੇ, ਕਹਿਣ ਲੱਗੇ ਗਿਆਨੀ ਜੀ ਫਿਰ ਤੁਸੀਂ ਇਹ ਗੁਰੂ ਲਾਦੋਰੇ ਦਿਵਸ ਕਹਿੰਦੇ ਹੋ, ਗੁਰਿਆਈ ਤੇ ਪਹਿਲਾਂ ਮਹਾਰਾਜ ਨੂੰ ਮਿਲ ਗਈ ਸੀ। ਉਹਨਾਂ ਭੋਲਿਆਂ ਨੂੰ ਮੈਂ ਦੱਸਿਆ ਕਿ ਗਿਆਨੀ ਸੰਤ ਸਿੰਘ ਜੀ ਮਸਕੀਨ, ਉਹਨਾਂ ਦੇ ਮੈਂ ਬਚਨ ਸੁਣੇ ਨੇ, ਉਹਨਾਂ ਦੀ CD ਮੇਰੇ ਕੋਲ ਹੈ, ਜਿਹਦੇ 'ਚ ਉਹਨਾਂ ਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦੀ ਬੜੀ ਸੁੰਦਰ ਵਿਆਖਿਆ ਕੀਤੀ। ਤੇ ਮਸਕੀਨ ਸਾਹਿਬ ਜੀ ਨੇ ਵੀ ਆਪਣੀ ਕਥਾ ਦੇ ਵਿੱਚ ਇੰਨੇ ਬਚਨ ਕਹੇ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜਦੋਂ ਜਮਨਾ ਦੇ ਕਿਨਾਰੇ ਦਿੱਲੀ ਚਲੇ ਗਏ ਤੇ ਸੰਗਤਾਂ ਨੇ ਪੁੱਛਿਆ ਕਿ ਸਤਿਗੁਰੂ ਹੁਣ ਆਉਣ ਵਾਲਾ ਗੁਰੂ, ਤੇ ਉਹਨਾਂ ਨੇ ਕਿਹਾ ਬਾਬਾ ਵਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਲੈ ਸੰਭਾਲ। ਇਤਿਹਾਸ ਦੀ ਬਹੁਤ ਸਾਰੀ ਖੋਜ ਕਰਨ ਦੀ ਲੋੜ ਹੈ। ਉਸ ਵੇਲੇ ਭਾਈ ਦਰਗਾਹ ਮੱਲ ਜੀ ਕੋਲ ਸਨ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਕੋਲ ਭਾਈ ਦਰਗਾਹ ਮੱਲ ਜੀ। ਇਤਿਹਾਸ ਇਹ ਬਾਤ ਕਹਿੰਦਾ ਹੈ, ਸਿੱਖ ਜਗਤ ਦੇ ਮਹਾਨ ਵਿਦਵਾਨ ਗਿਆਨੀ ਪਿੰਦਰਪਾਲ ਸਿੰਘ ਜੀ, ਭਾਈ ਸੁਰਜੀਤ ਸਿੰਘ ਕੋਮਲ ਵੀ ਉਹਨਾਂ ਨੂੰ ਬੜਾ ਸੁਣਦੇ ਨੇ, ਕਿਉਂਕਿ ਭਾਈ ਸਾਹਿਬ ਮੇਰੇ ਸਾਹਮਣੇ ਬੈਠੇ ਨੇ। ਉਹਨਾਂ ਨੇ ਬੜੀ ਖੋਜ ਕੀਤੀ ਹੈ ਮਹਾਰਾਜ ਦੀ ਗੁਰਿਆਈ ਦੇ ਸੰਬੰਧ ਦੇ ਵਿੱਚ, ਗਿਆਨੀ ਪਿੰਦਰਪਾਲ ਸਿੰਘ, ਜਿਹੜੇ ਕਿ ਪਹਿਲੇ ਵਿਦਵਾਨ ਜਿਹੜੇ ਨੇ ਉਹ ਖੋਜ ਨਹੀਂ ਕਰ ਸਕੇ, ਜਿਹੜੀ ਉਹਨਾਂ ਨੇ ਨਾ ਬਹੁਤ ਸਾਰੇ ਐਸੇ ਇਤਿਹਾਸ ਦੇ ਪੰਨੇ ਉਹਨਾਂ ਨੇ ਸਾਡੇ ਸਾਹਮਣੇ ਰੱਖੇ ਨੇ। ਮੈਂ ਕਹਿੰਦਾ ਪੇ ਕੌਮ ਦੇ ਹੀਰੇ ਨੇ ਗਿਆਨੀ ਪਿੰਦਰਪਾਲ ਸਿੰਘ। ਮਰਨ ਤੋਂ ਬਾਅਦ ਵਿੱਚ ਨਾ ਕਿਸੇ ਨੂੰ ਖਿਤਾਬ ਦਈਏ ਪੇ ਇਹ ਸੀ ਉਹ ਸੀ, ਜਿਉਂਦਿਆਂ ਪਛਾਣੋ, ਜਿਹੜਾ ਇਸ ਵੇਲੇ ਉਹ
ਸਿੱਖ ਕੌਮ ਦੀ ਏਡੀ ਵੱਡੀ ਸੇਵਾ ਕਰੇ ਨਾ ਜੀ। ਤੇ ਗਿਆਨੀ ਪਿੰਦਰਪਾਲ ਸਿੰਘ ਜੀ ਨੇ ਕਹਿੰਦੇ ਨੇ ਮਹਾਰਾਜ ਜਦੋਂ ਚੇਚਕ ਮਹਾਰਾਜ ਦੇ ਸਰੀਰ ਤੇ ਵੀ ਨਿਕਲ ਆਈ ਨਾ ਜੀ, ਤੇ ਸਤਿਗੁਰੂ ਜੀ ਇੰਨੀ ਘੂਕੀ ਦੇ ਵਿੱਚ ਸਨ ਕਿ ਸਾਹਿਬ ਜੀ ਦੇ ਕੋਲੋਂ ਪਲੰਗ ਤੋਂ ਉੱਠਿਆ ਨਹੀਂ ਗਿਆ, ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ। ਤੇ ਕੋਲ ਸਨ ਮਾਤਾ ਜੀ। ਮਾਤਾ ਜੀ ਕਹਿਣ ਲੱਗੇ ਲਾਲ ਜੀ, ਬੇਟਾ ਜੀ ਇਹ ਕੀ ਕੌਤਕ ਹੈ, ਇਹ ਕੀ ਭਾਣਾ ਹੈ? ਤੇ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਕਹਿਣ ਲੱਗੇ ਮਾਂ ਇਹ ਉਸ ਦਾ ਹੁਕਮ ਹੈ, ਉਸ ਦੀ ਰਜ਼ਾ ਹੈ, ਅਸੀਂ ਜੀਵਨ ਸਫਲ ਕਰਕੇ ਚੱਲੇ ਹਾਂ। ਇਹ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਜੀਵਨ ਸਫਲ ਕਰਕੇ ਚੱਲੇ ਹਾਂ। ਤੇ ਕਹਿੰਦੇ ਨੇ ਮਹਾਰਾਜ ਨੇ ਲੰਮੇ ਪਿਆ ਹੀ ਆਪਣੇ ਸੱਜੇ ਹੱਥ ਦੇ ਨਾਲ ਨਾ ਜੀ 5 ਪੈਸੇ ਤੇ ਨਾਰੀਅਲ ਮੰਗਵਾਏ ਸਨ, ਤੇ ਸੱਜੇ ਹੱਥ ਦੇ ਨਾਲ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ 3 ਪ੍ਰਕਰਮਾਂ ਕੀਤੀਆਂ ਉਸ ਸਮੱਗਰੀ ਦੀਆਂ, ਤੇ ਨਾਲ ਬਚਨ ਕਹਿ ਦਿੱਤੇ ਬਾਬਾ ਵਸੇ ਗ੍ਰਾਮ ਬਕਾਲੇ ਬਨ ਗੁਰ ਸੰਗਤ ਲੈ ਸੰਭਾਲੇ। ਇਸ਼ਾਰਾ ਕਰ ਗਏ ਕਿ ਜੋਤ ਜਿਹੜੀ ਹੈ ਉਹ ਬਾਬੇ ਬਕਾਲੇ ਦੇ ਵਿੱਚ ਹੈ। ਹੁਣ ਇੱਥੇ ਮੈਂ ਥੋੜ੍ਹਾ ਜਿਹਾ ਰੁਕਣਾ ਚਾਹੁੰਦਾ। ਬਾਬੇ ਬਕਾਲੇ ਦਾ ਨਾਮ ਪਹਿਲਾਂ ਬਾਬਾ ਬਕਾਲਾ ਨਹੀਂ ਸੀ, ਇਸ ਦਾ ਪੁਰਾਤਨ ਨਾਮ ਸੀ ਬੱਕਰੀਆਂ ਵਾਲਾ। ਇੱਥੇ ਇੱਕ ਕਹਿੰਦੇ ਨੇ ਛੱਪੜੀ ਹੁੰਦੀ ਸੀ, ਉੱਥੇ ਬੱਕਰੀਆਂ ਲੋਕ ਚੜ੍ਹਦੇ ਸਨ, ਬੱਕਰੀਆਂ ਵਾਲਾ। ਫਿਰ ਕਹਿੰਦੇ ਨੇ ਇੱਥੇ ਛੱਪੜ ਦੇ ਕਿਨਾਰੇ ਬਗਲੇ ਬੜੇ ਹੁੰਦੇ ਸਨ, ਇਸ ਕਰਕੇ ਇਸ ਦਾ ਨਾਮ ਸੀ ਬਕਵਾਲਾ। ਤੇ ਜ਼ਿਆਦਾ ਜੱਟ ਕੌਮ, ਜੱਟ ਭਰਾ ਸਾਡੇ ਇਸ ਇਲਾਕੇ ਦੇ ਵਿੱਚ ਜ਼ਿਆਦਾ ਉਸ ਵੇਲੇ ਵੱਸਦੇ ਸਨ, ਤੇ ਆਸਦਾ ਇਸ ਦਾ ਨਾਮ ਪੈ ਗਿਆ ਬਕਾਲਾ, ਬੱਕਰੀਆਂ ਵਾਲਾ, ਬਕਵਾਲਾ ਤੇ ਬਕਾਲਾ। ਤੇ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਵੀ ਬਚਨ ਕਹੇ ਨਾ, ਉਹਨਾਂ ਨੇ ਬਾਬਾ ਬਕਾਲਾ ਨਹੀਂ ਕਿਹਾ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਮਹਾਰਾਜ ਨੇ ਵੀ ਬਚਨ ਕਹੇ ਬਾਬਾ ਵਸੇ ਗ੍ਰਾਮ ਬਕਾਲੇ। ਇਹ ਇਤਿਹਾਸ ਨੇ ਸਾਂਭਿਆ ਹੋਇਆ, ਗੁਰਪ੍ਰਤਾਪ ਸੂਰਜ ਗ੍ਰੰਥ ਨੇ ਵੀ, ਪੰਥ ਪ੍ਰਕਾਸ਼ ਨੇ ਵੀ, ਪੁਰਾਤਨ ਸਾਖੀਆਂ ਦੇ ਵਿੱਚ ਵੀ। ਤੇ ਬਾਬਾ ਵਸੇ, ਬਾਬਾ ਸ਼ਬਦ ਕਹਿ ਰਹੇ ਨੇ ਕਿਉਂਕਿ ਰਿਸ਼ਤੇਦਾਰੀ ਦੇ ਵਿੱਚੋਂ ਬਾਬਾ ਜੀ ਲੱਗਦੇ ਸਨ ਗੁਰੂ ਤੇਗ ਬਹਾਦਰ ਸਾਹਿਬ ਜੀ। ਬਾਬਾ ਵਸੇ ਗ੍ਰਾਮ ਬਕਾਲੇ, ਗ੍ਰਾਮ ਪਿੰਡ ਨੂੰ, ਬਕਾਲੇ ਪਿੰਡ ਦੇ ਵਿੱਚ ਬਨ ਗੁਰ ਸੰਗਤ ਲੈ ਸੰਭਾਲੇ। ਇਹਨਾਂ ਬਚਨਾਂ ਦੇ ਨਾਲ ਤੇ ਫਿਰ ਸਾਧ ਸੰਗਤ ਜੀ ਇੱਧਰੋਂ ਗੁਰੂ ਦਾ ਪਿਆਰ ਵਾਲਾ ਸਿੱਖ, ਇਹਦੇ ਨਾਲ ਵੀ ਬਾਬਾ ਸ਼ਬਦ ਹੀ ਜੁੜਦਾ। ਬਾਬਾ ਮੱਖਣ ਸ਼ਾਹ ਲੋਬਾਨਾ, ਜਿੰਨਾ ਚਿਰ ਬਾਬਾ ਸ਼ਬਦ ਨਾ ਜੀ ਵਰਤੋ ਉਨਾ ਚਿਰ ਨਾਮ ਪੂਰਾ ਨਹੀਂ ਹੁੰਦਾ। ਜਿਵੇਂ ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਕੀ ਕਹਿੰਦੇ ਜੀ? ਧੰਨ ਧੰਨ ਬਾਬਾ। ਜਿੰਨਾ ਚਿਰ ਬਾਬਾ ਬੁੱਢਾ ਸਾਹਿਬ ਜੀ ਦੇ ਨਾਲ ਬਾਬਾ ਸ਼ਬਦ ਨਾ ਲਾਓ ਉਹ ਨਾਮ ਪੂਰਾ ਨਹੀਂ ਹੁੰਦਾ। ਬਾਬਾ ਬੁੱਢਾ ਸਾਹਿਬ, ਭਾਈ ਬੁੱਢਾ ਤਾਂ ਨਹੀਂ ਕਹਿੰਦੇ ਜੀ, ਬਾਬਾ ਬੁੱਢਾ ਕਹਿੰਦੇ ਨਾ। ਜਿਵੇਂ ਧੰਨ ਧੰਨ ਬਾਬਾ ਦੀਪ ਸਿੰਘ ਜੀ, ਬਾਬਾ ਦੀਪ ਸਿੰਘ ਜੀ ਦੇ ਨਾਮ ਦੇ ਨਾਲ ਆਪਾਂ ਸ਼ਬਦ ਕੀ ਲਾਉਂਦੇ ਹਾਂ? ਬਾਬਾ। ਜੇ ਭਾਈ ਦੀਪ ਸਿੰਘ ਕਹੀਏ ਤਾਂ ਉਹ ਸ਼ਰਧਾ ਨਹੀਂ ਬਣਦੀ। ਆਪ ਮੁਹਾਰੇ ਸ਼ਬਦ ਨਿਕਲ ਆਉਂਦਾ, ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ, ਧੰਨ ਧੰਨ ਬਾਬਾ ਦੀਪ ਸਿੰਘ ਜੀ, ਧੰਨ ਧੰਨ ਬਾਬਾ ਅਜੀਤ ਸਿੰਘ ਜੀ, ਧੰਨ ਧੰਨ ਬਾਬਾ ਜੁਝਾਰ ਸਿੰਘ ਜੀ, ਧੰਨ ਧੰਨ ਬਾਬਾ ਜੋਰਾਵਰ ਸਿੰਘ ਜੀ, ਧੰਨ ਧੰਨ ਬਾਬਾ ਫਤਿਹ ਸਿੰਘ ਜੀ। ਇਵੇਂ ਹੀ ਬਾਬੇ ਮੱਖਣ ਸ਼ਾਹ ਦੇ ਨਾਮ ਦੇ ਨਾਲ ਬਾਬਾ ਸ਼ਬਦ ਬੜਾ ਸ਼ਰਧਾ ਵਾਲਾ ਸ਼ਬਦ ਹੈ। ਤੇ ਬਾਬਾ ਇਸ ਕਰਕੇ ਵੀ ਸ਼ਬਦ ਹੈ ਕਿ ਬਾਬੇ ਮੱਖਣ ਸ਼ਾਹ ਦੀ ਉਮਰ ਉਦੋਂ ਕਾਫੀ ਹੋ ਚੁੱਕੀ ਸੀ ਜਦੋਂ ਗੁਰੂ ਸਾਹਿਬ ਜੀ ਨੂੰ ਇਹ ਮਿਲਿਆ, ਬਾਬਾ ਮੱਖਣ ਸ਼ਾਹ ਲੋਬਾਨਾ। ਇਹਦਾ ਸਾਰਾ ਸਾਧ ਸੰਗਤ ਜੀ ਦਾਸ ਤੇ ਤੁਸੀਂ ਕਿਰਪਾ ਕੀਤੀ ਹੈ, ਆਪਣੀ ਅਸੀਸ ਬਖਸ਼ੀ ਹੈ, ਤੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਥਾਪੜਾ ਦਿੱਤਾ ਹੈ। ਬਾਬੇ ਮੱਖਣ ਸ਼ਾਹ ਦਾ ਸਾਰਾ ਪਿਛੋਕੜ ਜਿਹੜਾ ਵੀ ਇਹਨਾਂ ਦਾ ਜਨਮ ਕਿੱਥੇ ਹੋਇਆ, ਕਿਸ ਜਗ੍ਹਾ ਤੇ ਜਨਮ ਹੋਇਆ, ਤੇ ਇਹਨਾਂ ਨੇ ਅਕਾਲ ਚਲਾਣਾ ਕਦੋਂ ਕੀਤਾ, ਇਹਨਾਂ ਦੀ ਸੰਤਾਨ ਕੌਣ ਹੈ, ਦਾਦਾ ਪੜਦਾਦਾ, ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੇ ਵੇਲੇ ਤੋਂ ਇਹਨਾਂ ਦੀ ਕੁੱਲ ਜਿਹੜੀ ਹੈ ਉਹ ਕਿਹੜੀ ਹੈ, ਉਹ ਸਾਰਾ ਗੁਰੂ ਦੀ ਕਿਰਪਾ ਦੇ ਨਾਲ ਇਹਨਾਂ ਦਾ ਸਾਧ ਸੰਗਤ ਜੀ ਸਾਰਾ ਇਤਿਹਾਸ ਮਿਲ ਚੁੱਕਿਆ ਬਾਬੇ ਮੱਖਣ ਸ਼ਾਹ ਲੋਬਾਨਾ ਦਾ। ਇਹਨਾਂ ਦੀ ਸੰਤਾਨ ਦੀ ਵੀ ਖੋਜ ਕੀਤੀ ਹੈ। ਸ਼ਾਮ ਦੀ ਕਥਾ ਦੇ ਵਿੱਚ ਬਾਬੇ ਮੱਖਣ ਸ਼ਾਹ ਲੋਬਾਨੇ ਦੇ ਜੀਵਨ ਤੇ ਕਥਾ ਹੋਵੇਗੀ ਜ਼ਿਆਦਾ, ਵੀ ਇਹਨਾਂ ਦੇ ਬਜ਼ੁਰਗ ਕਿਵੇਂ ਗੁਰੂ ਨਾਨਕ ਸਾਹਿਬ ਜੀ ਨੂੰ ਮਿਲੇ, ਬਾਬਾ ਮੱਖਣ ਸ਼ਾਹ ਕਦੋਂ ਗੁਰੂ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਆਇਆ, ਪੰਜਵੇਂ ਪਾਤਸ਼ਾਹ ਜੀ ਦੇ ਸਮੇਂ ਬਾਬਾ ਮੱਖਣ ਸ਼ਾਹ ਆਇਆ। ਇਹ ਤੇ ਸਾਧ ਸੰਗਤ ਇੱਕ ਕੌਤਕ ਸੀ ਨਾ ਜੀ, ਇੱਕ ਘਟਨਾ ਸੀ ਗੁਰੂ ਨੂੰ ਪ੍ਰਗਟ ਕਰਨ ਵਾਲਾ।
ਤੇ ਬਾਬੇ ਮੱਖਣ ਸ਼ਾਹ ਲੁਬਾਣੇ ਜੀ ਦਾ ਉਹ ਇਤਿਹਾਸ ਵੀ ਕਿਵੇਂ ਫਿਰ ਗੁਰੂ ਸਾਹਿਬ ਜੀ ਨੂੰ ਬਾਬੇ ਮੱਖਣ ਸ਼ਾਹ ਲੁਬਾਣੇ ਨੇ ਪ੍ਰਗਟ ਕੀਤਾ ਹੈ। ਮੈਂ ਤੁਹਾਨੂੰ ਅੱਜ ਇਸ ਕਥਾ ਦੇ ਵਿੱਚ, ਸਵੇਰ ਦੀ ਕਥਾ ਦੇ ਵਿੱਚ, ਬਾਬੇ ਬਕਾਲੇ ਪਹੁੰਚਾ ਕੇ ਤੇ ਉੱਥੇ ਵਿਸ਼ਰਾਮ ਕਰਨਾ ਹੈ। ਸ਼ਾਮ ਦੀ ਕਥਾ ਦੇ ਵਿੱਚ ਆਪਾਂ ਬਾਬੇ ਬਕਾਲੇ ਸਾਹਿਬ ਜੀ ਤੋਂ ਕਥਾ ਦਾ ਪ੍ਰਸੰਗ ਜਿਹੜਾ ਹੈ ਉਹ ਗੁਰੂ ਪਿਆਰਿਓ ਆਪਾਂ ਜਿਹੜਾ ਹੈ ਉਹ ਸ਼ੁਰੂ ਕਰਾਂਗੇ। ਹੁਣ ਜਦੋਂ ਇਹ ਬਚਨ ਕਹਿਣਾ ਜੀ ਬਾਬਾ ਵਸੇ ਗ੍ਰਾਮ ਬਕਾਲੇ, ਤੇ ਉਸ ਵੇਲੇ ਜਿਹੜਾ ਧੀਰਮਲ ਸੀ ਉਹ ਸੀ ਕਰਤਾਰਪੁਰ ਦੇ ਵਿੱਚ, ਤੇ ਜਿਹੜੀ ਆਦਿ ਬੀੜ ਹੈ ਉਹ ਸੀ ਬਾਬੇ ਧੀਰਮਲ ਦੇ ਕੋਲ। ਤੇ ਇਹਨਾਂ ਬਚਨਾਂ ਦਾ ਨਜਾਇਜ਼ ਫਾਇਦਾ ਉਠਾ ਕੇ ਬਾਬਾ ਧੀਰਮਲ, ਰਾਮ ਰਾਈਏ, ਚਤਰ ਮਸੰਦ, ਇਹ ਜਿਹੜੇ ਸਨ ਇਹਨਾਂ ਨੇ ਬਾਬੇ ਬਕਾਲੇ ਆ ਕੇ 22 ਮੰਜੀਆਂ ਲਗਾ ਲਈਆਂ। ਹੁਣ ਮੰਜੀਆਂ ਤੋਂ ਵੀ ਕਈ ਨੂੰ ਪਤਾ ਨਹੀਂ ਪਈ ਮੰਜੀਆਂ ਕਿਹਨੂੰ ਕਹਿੰਦੇ ਨੇ। ਇਹ ਸ਼ਬਦ ਗਿਆਨੀ ਤਾਂ ਸਮਝ ਜਾਂਦੇ ਨੇ ਪਈ ਮੰਜੀ ਕਿਹਨੂੰ ਕਹਿੰਦੇ ਨੇ, ਪ੍ਰਚਾਰਕ ਤਾਂ ਸਮਝ ਜਾਂਦੇ ਨੇ, ਪਰ ਆਮ ਸੰਗਤ ਦੀ ਸਮਝ ਦੇ ਵਿੱਚ ਇਹ ਸ਼ਬਦ ਨਹੀਂ ਆਉਂਦਾ। 22 ਮੰਜੀਆਂ ਤੋਂ ਭਾਵ 22 ਗੱਦੀਆਂ ਲਗਾ ਕੇ ਬੈਠ ਗਏ, 22 ਆਸਨ ਲਗਾ ਕੇ ਬੈਠ ਗਏ, ਫਿਰ ਮੈਂ ਗੁਰੂ ਹਾਂ, ਮੈਂ ਗੁਰੂ ਹਾਂ, ਮੈਂ ਗੁਰੂ ਹਾਂ, ਮੈਂ ਗੁਰੂ ਹਾਂ। ਤੇ ਅੱਜ ਵੀ ਇਹੀ ਬੋਲ ਬਾਲਾ ਨਾ ਜੀ, ਕੋਈ ਗੋਲ ਪੱਗ ਵਾਲਾ ਆ ਜੇ, ਕੋਈ ਲੰਬੇ ਚੋਲੇ ਵਾਲਾ ਆ ਜੇ, ਤੇ ਜਿਹਨੂੰ ਜਪਜੀ ਸਾਹਿਬ ਦਾ ਪਾਠ ਵੀ ਨਾ ਆਉਂਦਾ ਹੋਵੇ, ਅਸੀਂ ਕਹਿੰਦੇ ਆ ਇਹ ਤੇ ਬ੍ਰਹਮ ਗਿਆਨੀ। ਫਿਰ ਦੱਸੋ ਤੁਹਾਡੇ ਕੋਲ ਕਿਹੜੀ ਐਸੀ ਕਸੌਟੀ ਹੈ ਬਈ? ਬ੍ਰਹਮ ਗਿਆਨੀ ਕੀ ਗੱਤ ਬ੍ਰਹਮ ਗਿਆਨੀ ਜਾਣੇ, ਪਰ ਅਸੀਂ ਧੜਾ ਧੜ ਮੱਥੇ ਟੇਕੀ ਜਾਣੇ ਨੇ। ਉਸ ਵੇਲੇ ਐਸਾ ਹੋਇਆ 22 ਮੰਜੀਆਂ ਲਗਾ ਕੇ ਬੈਠ ਗਏ। ਕਿਹੜਾ ਅਸਲੀ ਗੁਰੂ ਹੈ? ਸਿੱਖ ਜਗਤ ਦੇ ਵਿੱਚ ਐਸਾ ਪਹਿਲੀ ਵਾਰੀ ਸਮਾਂ ਆਇਆ ਵੀ ਸੰਗਤਾਂ ਨੂੰ ਇਹ ਪਰਖ ਕਰਨੀ ਔਖੀ ਹੋ ਗਈ ਵੀ ਅਸਲੀ ਗੁਰੂ ਕਿਹੜਾ, ਪੂਰਾ ਗੁਰੂ ਕਿਹੜਾ, ਗੁਰੂ ਨਾਨਕ ਦੀ ਜੋਤ ਕਿਸ ਦੇ ਵਿੱਚ ਹੈ। ਤੇ ਉਹਨਾਂ 2 ਗੁਰਸਿੱਖਾਂ ਦਾ ਅੱਜ ਆਪਾਂ ਬਾਅਦ ਵਾਲੀ ਕਥਾ ਵਿੱਚ ਜ਼ਿਕਰ ਕਰਾਂਗੇ। ਸਿੱਖ ਸਾਰੇ ਹੀ ਮਹਾਨ ਨੇ, ਧਿਆਨ ਦੇਣਾ, ਸਿੱਖ ਸਾਰੇ ਹੀ ਮਹਾਨ ਨੇ। ਜਿੰਨੇ ਜਿੰਨੇ ਵੀ ਸੇਵਾ ਕੀਤੀ ਨਾ, ਥੋੜੀ ਵੀ ਸੇਵਾ ਕੀਤੀ ਉਹ ਵੀ ਬਹੁਤ ਵੱਡੀ ਹੈ, ਪਰ 2 ਗੁਰਸਿੱਖਾਂ ਦੀ ਸੇਵਾ ਇੱਕ ਵਿਲੱਖਣ ਸੇਵਾ ਸਿੱਖ ਜਗਤ ਦੇ ਵਿੱਚੋਂ, ਇੱਕ ਬਾਬਾ ਬੁੱਢਾ ਸਾਹਿਬ ਜੀ ਦੀ ਤੇ ਇੱਕ ਬਾਬੇ ਮੱਖਣ ਸ਼ਾਹ ਲੁਬਾਣੇ ਦੀ। ਤੁਸੀਂ ਕਹਿਣਾ ਕਿਉਂ ਬਾਕੀ ਸੰਗਤਾਂ ਦੀ ਸੇਵਾ? ਕਿਉਂਕਿ ਇਹਨਾਂ ਨੇ ਗੁਰੂ ਲੱਭਿਆ, ਗੁਰੂ ਲੱਭਿਆ। ਕਦੀ ਕਦੀ ਗੁਰੂ ਨੂੰ ਵੀ ਲੱਭਣਾ ਪੈਂਦਾ ਹੈ, ਕਦੀ ਕਦੀ ਗੁਰੂ ਵੀ ਛਿਪ ਜਾਂਦਾ ਹੈ, ਕਦੀ ਕਦੀ ਗੁਰੂ ਵੀ ਪ੍ਰਗਟ ਨਹੀਂ ਹੁੰਦਾ, ਗੁਰੂ ਵੀ ਗੁਪਤ ਹੋ ਜਾਂਦਾ ਹੈ, ਗੁਰੂ ਨੂੰ ਲੱਭਣਾ ਪੈਂਦਾ ਹੈ। ਤੇ ਸਾਧ ਸੰਗਤ ਜੀ, ਜਿਵੇਂ ਕਈ ਵਾਰੀ ਆਪਾਂ ਦੇਖਦੇ ਆ ਨਾ ਜੀ, ਇਹ ਸਿੱਖ ਤੋਂ ਪਤਾ ਲੱਗਦਾ ਹੈ ਗੁਰੂ ਦਾ, ਇਹਦਾ ਗੁਰੂ ਕਿਹੜਾ। ਤੁਰੇ ਜਾਂਦੇ ਹੋਵੇ ਤਾਂ ਪਤਾ ਲੱਗਦਾ ਪਈ ਇਹਦਾ ਗੁਰੂ ਕਿਹੜਾ, ਪਰ ਕਈ ਵਾਰੀ ਸਿੱਖ ਤੋਂ ਪਤਾ ਲੱਗਦਾ ਵੀ ਇਹਦਾ ਗੁਰੂ ਕਿਹੜਾ। ਉਹ ਮਹਾਨ ਸੇਵਾਵਾਂ ਨਿਭਾਈਆਂ ਨੇ ਸਾਧ ਸੰਗਤ ਜੀ ਬਾਬਾ ਬੁੱਢਾ ਸਾਹਿਬ ਜੀ ਨੇ ਤੇ ਬਾਬਾ ਮੱਖਣ ਸ਼ਾਹ ਲੁਬਾਣਾ ਜੀ ਨੇ। ਅੱਜ ਦੇ ਦਿਹਾੜੇ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਭੋਰੇ ਸਾਹਿਬ ਦੇ ਵਿੱਚ ਬੈਠੇ ਹੋਏ 26 ਸਾਲ 9 ਮਹੀਨੇ 13 ਦਿਨ ਜਿਨ੍ਹਾਂ ਨੇ ਪ੍ਰਭੂ ਦੀ ਭਗਤੀ ਕੀਤੀ, ਗੁਰੂ ਲਾਧੋ ਰੇ ਦੀ ਆਵਾਜ਼ ਦੇ ਕੇ ਗੁਰੂ ਸਾਹਿਬ ਜੀ ਨੂੰ ਪ੍ਰਗਟ ਕੀਤਾ, ਗੁਰੂ ਰੂਪ ਪ੍ਰਗਟ ਕੀਤਾ। ਅੱਜ ਉਹ ਦਿਹਾੜਾ ਅਕਾਲ ਚੈਨਲ ਦੇ ਵੱਲੋਂ, ਆਪ ਸਰਬੱਤ ਸੰਗਤਾਂ ਦੇ ਵੱਲੋਂ ਬੜੀ ਸ਼ਰਧਾ ਦੇ ਨਾਲ ਅਤੇ ਬੜੀ ਭਾਵਨਾ ਦੇ ਨਾਲ ਇਹ ਦਿਹਾੜਾ ਜਿਹੜਾ ਹੈ ਮਨਾਇਆ ਜਾ ਰਿਹਾ। ਅੱਜ ਦਾ ਸ਼ਾਮ ਨੂੰ ਵਿਸ਼ੇਸ਼ ਤੌਰ 'ਤੇ 4 ਵਜੇ ਤੋਂ ਲੈ ਕੇ 6:30 ਵਜੇ ਤੱਕ ਅੱਜ ਫਿਰ ਦੁਬਾਰਾ ਗੁਰੂ ਲਾਧੋਰੇ ਸੁਸਾਇਟੀ ਯੂਕੇ ਵੱਲੋਂ ਇਹ ਦਿਹਾੜਾ ਮਨਾਇਆ ਜਾਣਾ ਹੈ। ਅੱਜ ਸ਼ਾਮ ਨੂੰ ਵੀ ਤੁਸੀਂ 4 ਵਜੇ ਤੋਂ ਲੈ ਕੇ 6:30 ਵਜੇ ਤੱਕ ਅਕਾਲ ਚੈਨਲ ਚੇਂਜ ਨਹੀਂ ਕਰਨਾ, ਅੱਜ ਅਕਾਲ ਚੈਨਲ ਹੀ ਲੱਗਾ ਰਹਿੰਦੇ ਨੇ, ਤੇ ਗੁਰੂ ਤੇਗ ਬਹਾਦਰ ਸਾਹਿਬ ਜੀ ਦੀਆਂ ਮਹਾਰਾਜ ਦੀਆਂ ਬਖਸ਼ਾਂ ਲੈਣੀਆਂ ਨੇ। ਸੋ ਬਹੁਤ ਬਹੁਤ ਲੱਖ ਲੱਖ ਵਧਾਈ ਸਾਰੀਆਂ ਸੰਗਤਾਂ ਨੂੰ। ਤੇ ਹੁਣ ਕੋਮਲ ਸਾਹਿਬ ਜੀ ਤੁਹਾਨੂੰ ਜੋੜਨਗੇ। ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਤੇ ਬਾਅਦ ਵਿੱਚ ਆਪਾਂ ਆਨੰਦ ਸਾਹਿਬ ਜੀ ਦਾ ਗਾਇਨ ਕਰਾਂਗੇ। ਆਓ 5-7 ਮਿੰਟ ਮਹਾਰਾਜ ਦੀ ਬਖਸ਼ਿਸ਼ ਲਈਏ। ਘਰ ਨੌ ਨਿਧ ਆਵੈ ਧਾਏ, ਸਭ ਥਾਈ ਹੋਏ ਸਹਾਏ। ਸਰਵਣ ਕਰੀ ਜੀ, ਹੋਈਆਂ ਬੇਨਤ ਭੁੱਲਾਂ ਦੀ ਖਿਮਾ ਕਰ ਦੇਣੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਸ੍ਰੀ ਵਾਹਿਗੁਰੂ, 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 ਸਤਨਾਮ